आपको क्या कहानी सुनाती रही कैसरा, कैसे आप लोगों के साथ सही रही और सारी जलालत चीजें? देती रही, जलालत जो आई है जलालत देती रही। दुश्मन सप घर पालते रहे, सप सपने दरिंदी घर पालते रहे। फिर ਉਹਨੂੰ ਫੜਿਆ ਕਾਲੀ ਕਾਲੇ ਨੂੰ। ਉਹਨੇ ਆਖਿਆ ਇਹਦਾ ਬੰਦ ਰੋਡ ਤੇ ਨਾ ਇਹਦਾ ਖਾਲ ਪੱਪਾ ਚਾਚੂ ਦਾ ਬੇਟਾ ਹੈ। कितने चाचू का ਚਾਚੂ बेटा? ਦਾ ਬੰਦ ਰੋਡ ਤੇ ਆ किसके? ਉਹ ਰਜ਼ਵਾਨ ਸ਼ਾਹ ਦਾ। अच्छा ਉਹ ਅਲੀ ਕਾਲਾ ਉੱਥੇ ਲੈ ਗਿਆ, ਉਹਨੂੰ ਫੜਿਆ। ਉਹਨੇ ਆਖਿਆ ਡਿਫੈਂਸ ਇਹਦਾ ਭਣੋਈਆ ਹੈ, ਉਹਨੂੰ ਫੜਿਆ। ਉਹਨਾਂ ਨੇ ਜ਼ਰਾ ਸਖਤੀ ਕੀਤੀ, ਉਹਨਾਂ ਨੇ ਉਹਨਾਂ ਨੇ ਕਿਹਾ ਫੋਨ ਕਾਲ ਕਰਾਓ ਸਾਨੂੰ। ਕਾਲ ਕਰਾਈ, ਉਹਨਾਂ ਕਾਲ ਕੀਤੀ ਪਿਛਾ ਪਿੰਡ ਵੀ ਇਹ ਰਜ਼ਵਾਨ ਨੂੰ ਭੇਜੋ, ਕੀ ਮਾਮਲਾ ਤੇ ਪੁਲਿਸ ਸਾਨੂੰ ਤੰਗ ਕਰ ਰਹੀ ਹੈ। ਉਹ ਨਹੀਂ ਆਏ, ਦੂਜਾ ਦਿਨ ਨਹੀਂ ਆਏ। ਇਹ ਪੱਤੋਂ ਕੀ ਹੈ। रिजवान फरार हो चुका था, ठीक है। बैल बांधो। तब भी आप लोगों को कोई शक नहीं ਨਾ हुआ? ਨਾ ਨਾ ਬਸ ਸ਼ੱਕ ਸਾਨੂੰ ਸ਼ੱਕ ਉਸ ਬੁੜੀ ਨੇ ਆਣ ਨਹੀਂ ਦਿੱਤਾ। अच्छा ਸਾਨੂੰ ਅੰਦਰ ਵੜਨ ਦੇ ਵਿੱਚ ਅਸੀਂ ਜਾਈਏ ਗਾਲ ਗਲੋਚ ਸਾਨੂੰ ਕਰੇ। ਆ ਗਈਆਂ ਮੇਰੇ ਘਰ, ਮੈਨੂੰ ਸਕੇਤ ਪਾਉਣ ਰੋਂਦੀਆਂ ਨੇ ਮੇਰੇ ਘਰ ਦਾ ਰਿਜ਼ਕ ਡਾਇਆ ਨੇ, ਮੇਰੇ ਘਰ ਇੰਜ ਕੀਤਾ ਨੇ। ਮੇਰਾ ਭਰਾ ਆਂਦਾ ਬਾਜੀ ਬਾਹਰ ਦਾ ਕੰਮ ਲੜੀਏ, ਘਰ ਦਾ ਲੜੀਏ, ਤੁਸੀਂ ਚੁੱਪ ਕਰੋ। ਕਰਨ ਤੇ ਚੁੱਪ ਕਰੋ। अच्छा। ਮੇਰੇ ਭਰਾ ਨੇ ਕਿਹਾ ਵੱਡੀ ਹੈ ਮਾਵਾਂ ਬਜਾਏ ਤੈਨੂੰ ਚੰਡ ਵੀ ਮਾਰੇ ਤੂੰ ਬਰਦਾਸ਼ਤ ਕਰੀ ਸਾਡੇ ਵਾਸਤੇ। फिर उसके बाद क्या हुआ? ਉਸਕੇ ਬਾਅਦ ਉਹ ਰਜ਼ਵਾਨ ਸ਼ਾਹ ਆ ਗਿਆ। ਉਹਨੂੰ 2-3 ਦਿਨ ਤਾਂ ਬੜਾ ਪਿਆਰ ਨਾਲ ਪੁਲਿਸ ਪੁੱਛਦੀ ਰਹੀ। ਉਹ ਹੱਸਦਾ ਰਿਹਾ, ਇਹ ਭਾਂਜਾ ਮੇਰਾ। ਇਹ ਮੈਨੂੰ ਕਹਿੰਦਾ ਮਾਂ ਕੋਈ ਚੱਕਰ ਹੀ ਤੇਰਾ ਭਰਾ। ਉਹ ਉਹਦਾ ਕੁੜੀ ਲੈ ਕੇ ਚਲਾ ਗਿਆ, ਕੁੜੀ ਲੈ ਕੇ ਨੱਸ ਗਿਆ। ये बात कौन कर रहा है कि रज़वान आसिफ साहब। लड़की लेके निकल गया? साहब। अच्छा ਇਹ ਮੈਨੂੰ ਆਂਦਾ ਹੈ लड़की लेके भाग गया है? ਹਾਂਜੀ अच्छा ਭਰਾ ਤੇਰਾ ਕੁੜੀ ਲੈ ਕੇ ਚਲਾ ਗਿਆ ਤੇ ਮੈਂ ਉਹਦੀ ਗੋਡਾ ਫੜਾਈ ਕਰ ਰਹੀ ਹੂੰ। ਮੈਂ ਕਿਹਾ ਕਿੱਥੋਂ ਲੈ ਉਹ ਇੰਨੇ ਜੋਗਾ ਹੈਗਾ। ਉਹ ਹੁੰਦਾ ਬੁੜੀ ਕੋਈ ਨਾ ਜੇ ਬਿਸਤੀ ਕਰਾਉਂਦਾ 4 ਸਾਲ ਉਸ ਕੇ ਬੜੀ ਉਦੋਂ ਲੈ ਲੈਂਦਾ। ਇਹ ਡਰਾਮਾ ਹੈ ਬੜਾ। ਅਸੀਂ ਭੱਜਣ ਸਾਰਾ ਸ਼ਹਿਰ ਛਾਣ ਮਾਰਿਆ, ਕੁੜੀ ਲੱਭੇ ਨਾ। ਸਾਨੂੰ ਨਾਂ ਦਾ ਪਤਾ, ਨਾ ਸਾਨੂੰ ਉਹਦੇ ਨੰਬਰ ਦਾ ਪਤਾ, ਨਾ ਉਹਦੇ ਕੋਈ ਅੱਗੇ ਪਿੱਛੇ ਦਾ ਪਤਾ। ਅਸੀਂ ਪਾਰਾ ਇਸ ਤਰ੍ਹਾਂ ਟੱਕਰਾਂ ਮਾਰਦੇ ਫਿਰੇ, ਸਾਰਾ ਸ਼ਹਿਰ ਛਾਣ ਮਾਰਿਆ, ਨਹੀਂ ਲੱਭੇ। ਫਿਰ ਉਹਨੂੰ ਜਦੋਂ ਕੁੱਟਿਆ ਮਾਰਿਆ ਰਮਾਨ ਲਿਆਂਦਾ ਹੁੰਦਾ, ਉਹਨੇ ਮੌਕਾ ਵਾਰਦਾਤ ਲੈ ਜਾਓ ਮੈਨੂੰ। ਸਾਨੂੰ ਕੀ ਪਤਾ ਮੌਕਾ ਵਾਰਦਾਤ ਕਿੱਥੇ ਆ। ਉਹਨੇ ਕਿਹਾ ਫੈਕਟਰੀ ਚਲੋ। फैक्ट्री गया। ये कौन कह रहे हैं मौके वारदात? रज़वान शाह जिन्हें कत्ल किया है। अच्छा पुलिस को ये कह रहे हैं? हाँ ये जी statement उसको- हाँ वो जी पुलिस को दे रहे हैं? हाँ जी कि मैंने मौके वारदात ले जाओ। अच्छा ਉੱਥੇ ਗਿਆ, ਉਹਨੇ ਬਾਥਰੂਮ ਦਾ ਫਲਸ਼ ਦਾ ਲੋਟਾ ਹੈ ਨਾ, ਉਹਦੇ ਚ ਪੀਟਰ ਚੋਂ ਕੱਢ ਕੇ ਨਾ ਖੋਲ ਦਿੱਤਾ ਪਿਸਟਲ ਦਾ, ਪਿਸਤੌਲ ਦਾ ਫੈਰ ਦਿੱਤਾ। ਉਹਨੇ ਕਿਹਾ ਇਸ ਫੈਰ ਨਾਲ ਮੈਂ ਮਾਰਿਆ। ਪਹਿਲਾਂ ਮੈਂ ਨਸ਼ਾ ਕੀਤਾ, ਫਿਰ ਬੇਹੋਸ਼ ਹੋ ਗਿਆ, ਫਿਰ ਉਹਨੂੰ ਫੈਰ ਮਾਰਿਆ। ਫਿਰ ਕੈਸਰਾ ਨੇ ਤੇ ਮੈਂ ਉਹਦੀ ਬੀਵੀ ਨੇ, ਕੈਸਰਾ ਨੇ ਤੇ ਮੈਂ ਉਹਨੂੰ ਬੰਨਿਆ। ਫਿਰ ਉਹਦਾ ਖੂਨ ਨਹੀਂ ਸੀ ਰੁਕਦਾ, ਸਿਰ ਦਾ ਖੂਨ ਸੀਗਾ ਦੂਜਾ ਆਉਣ ਲੱਗ ਪਿਆ, ਖੱਪਾ ਜੀ ਹੋ ਗਿਆ, ਦੂਸਰਾ ਆਉਣ ਲੱਗ ਪਿਆ ਉਹਦਾ। ਫਿਰ ਗਲਾ ਉਹਦਾ ਘੁੱਟ ਕੇ ਅਸੀਂ ਬੰਨਿਆ, ਇੰਨੀ ਜ਼ਬਾਨ ਬਾਹਰ ਆ ਗਈ। ਖੁਦ ਦੱਸ ਰਿਹਾ। ਉਹਨੂੰ ਅਸੀਂ ਗੱਦੇ ਵਿੱਚ ਰੋਲ ਕੀਤਾ, ਉੱਤੇ ਉਹਦੇ ਕੱਪੜੇ ਲਪੇਟੇ, ਮੈਂ ਲੈ ਗਿਆ ਹੈਡ ਵੱਲੋਂ ਕੀ ਜਾ ਕੇ ਮੈਂ ਨਹਿਰ 'ਚ ਸੁੱਟਤਾ। किस चीज से लेके गया था? ਮੋਟਰਸਾਈਕਲ ਤੇ ਕਿਤੇ ਲੈ ਕੇ ਗਿਆ ਹੈਡ ਵੱਲੋਂ ਕੀ। ਪਿਸਟਲ ਵੀ ਲੱਗਾ ਨਾਲ, ਲਾਸ਼ ਪਿੱਛੇ ਬੰਨੀ, ਇੱਕ ਕਾਤਲ ਘੁੰਮ ਰਿਹਾ ਹੈ। ਪੁਲਿਸ ਨੂੰ ਕੋਈ ਖਬਰ ਨਹੀਂ। ਪੁਲਿਸ ਨੇ ਕਹਿੰਦਾ ਮੈਨੂੰ ਡੱਕਿਆ ਸ਼ਾਮ ਕੀ ਭੱਟਿਆ ਡੱਕਿਆ। ਮੈਂ ਉਹਨਾਂ ਨੂੰ 6000 ਰੁਪਇਆ ਮੇਰੀ ਜੇਬ 'ਚ ਗਿਆ। ਮੈਂ ਤਲਾਸ਼ੀ ਨਾਲ ਲਾਓ उनको पता था कि ये लाश है इनके पास? ਉਹਨੂੰ ਕੀ ਪਤਾ ਸੀ। हाँ लपेटा ਇਹ हुआ ਪਤਾ ਕਰਨਾ ਚਾਹੀਦਾ ਨਾ, ਪਤਾ ਨਹੀਂ ਸੀ। ਪਤਾ ਕਰਨ ਵਾਸਤੇ की लेके ਖਲੋਤੇ जा ਨੇ। रहे हैं? ਕੀ ਲੈਣ ਖਲੋਂਦੇ ਨੇ ਪੁਲਿਸ ਵਾਲੇ? ਮਤਲਬ ਕੀ ਪੁਲਿਸਾਂ ਦਾ ਲੈਣ ਦਾ ਦੱਸੋ ਨਾ। रिजवान मैं- शाह ने बताया कि मैं हाँ जी, 6000 हाँ जी। दे के निकल मैं- गया था। मैं वालदा घर बैठी, मेरा बच्चा आंदा है, ਉਹਨੂੰ ਸੱਟ ਲੱਗਦੀ, ਮੇਰਾ ਕੰਮ ਹੈ ਪੁੱਛਣਾ ਬੇਟਾ ਕੀ ਹੋਇਆ। ਲਿਆ ਮੈਂ ਵੇਖਾਂ, ਲਕਾਈ ਮੈਂ ਵੇਖਾਂ ਪੁਲਿਸ ਸੇ ਕਾਹਦੇ ਵਾਸਤੇ ਹਾਰ ਕੀਤੀ ਹੈ। ਹਰਾਮ ਖਾਣ ਲਈ, ਆਪੇ ਬੱਚਿਆਂ ਨੂੰ ਜ਼ਹਿਰ ਦੇਣ ਲਈ ਕਿ ਸਾਡੇ ਬੱਚੇ ਜ਼ਹਿਰ ਖਾਣ। 5000 ਰੁਪਏ ਲੈਣ ਲੈਂਦੇ, ਲੋ ਲਾਸ਼ ਵੇਚਦੇ, ਸਾਡੇ ਭਰਾ ਦੀ ਕੋਈ ਬੱਚਤ ਹੋ ਜਾਂਦੀ। बिल्कुल ਸਾਨੂੰ ਕੋਈ ਉਹ ਕਾਤਲ ਮੌਕੇ ਤੇ ਫੜਿਆ ਜਾਂਦਾ, ਸਾਨੂੰ ਇੰਨੇ ਲੰਮੇ ਚੌੜੇ ਚੱਕਰਾਂ 'ਚ ਨਾ ਪੈਣਾ ਪੈਂਦਾ। ਉਹਨੇ 6000 ਰੁਪਇਆ ਲਿਆ, ਲੈ ਕੇ ਉਹਨੂੰ ਜਾਣਤਾ। ਕਾਤਲ ਨੂੰ ਮੋਜ਼ਰ ਵੀ ਲੱਗਾ ਹੈ, ਕਾਤਲ ਦੇ ਪਿੱਛੇ ਲਾਸ਼ ਬੰਨੀ ਹੈ। ਦੱਸੋ ਹੋਵੇ ਮੁਲਾਜ਼ਮ, ਉਹਨੂੰ ਪਤਾ ਲੱਗੇ ਕਿ ਇਹ ਬੰਦਾ ਕਿਹੜਾ ਹੈ, ਡਿਫਾਲਟਰ ਕੇ ਸੀਗੇ, ਪਤਾ ਲੱਗਦਾ ਨਾ। अच्छा फिर ये चले गए? ਇਹ ਚਲੇ ਗਿਆ, ਇਹਨੇ ਸੁੱਟਤਾ ਮੁੰਡਾ। ਉਹਦੀਆਂ ਮੁੱਛਾਂ ਮਾਸ਼ਾਅੱਲਾ ਮੋਟੀਆਂ ਮੋਟੀਆਂ ਮੁੱਛਾਂ ਕੱਟ ਵੱਢ ਦਿੱਤੀਆਂ ਕਿ ਸ਼ਨਾਖਤ ਨਾ ਹੋਵੇ, ਸ਼ਨਾਖਤ ਨਾ ਹੋਵੇ। ਕੱਪੜੇ ਇਹ ਉਤਾਰ ਹਾਂਜੀ ਕੱਪੜੇ ਉਤਾਰ ਕੇ ਫਾੜ ਕੇ ਬਿਲਕੁਲ ਨੰਗਾ ਸੁੱਟਿਆ। ਓਏ ਅੱਲਾ, ਓਏ ਅੱਲਾ ਸੀ ਮਰ ਇਹ ਜਾ। ਜਦੋਂ ਕੈਸਰਾ ਕਰੋ ਗਾਇਬ ਹੋਈ ਤੁਹਾਨੂੰ ਪਤਾ ਹੀ ਨਹੀਂ ਚੱਲਿਆ? ਕਦੋਂ ਗਾਇਬ ਹੋਈ? ਜਦੋਂ ਸੁੱਟਣ ਗਏ ਨੇ ਲੈ ਲਾਸ਼ ਉਹ ਲਾਲ ਤਾਂ ਨਹੀਂ ਗਈ। ਨਾਲ ਨਹੀਂ ਗਈ ਸੀ? ਨਹੀਂ, ਬੰਨ ਕੇ ਮਰਵਾ ਕੇ ਬੰਨ ਕੇ ਰੱਖ ਕੇ ਕਹਾਣੀ ਖਤਮ ਹੋ ਗਈ। ਬੰਦਾ ਰਾਤ ਨੂੰ ਲੈ ਕੇ ਨਿਕਲ ਗਿਆ ਸੁੱਟਣ।
ਅੱਛਾ ਮਰਵਾਨ ਵਿੱਚ ਸ਼ਾਮਲ ਹਾਂ ਸੀ ਮਰਵਾਨ ਮੰਨ ਚ ਕੇ ਉਹਨੇ ਹਾਂ ਮੇਰੇ ਨਾਲ ਉਹਨੂੰ ਇਹਨੇ ਕਤਲ ਕਰਵਾ ਕੇ ਸਾਰਾ ਕੰਮ ਕੰਪਲੀਟ ਉਹ ਤੋਂ ਕਰਕੇ ਆ ਗਈ ਹੈ ਫਰਜ਼ ਹੋ ਕੇ ਆਈਏ ਫਰਸ਼ ਧੋ ਕੇ ਆਈ ਹੈ ਹਾਂਜੀ, ਠੀਕ ਸਫਾਈ ਹੈ ਕਰਕੇ। ਲਾਸ਼ ਨੂੰ ਟਿਕਾਣੇ ਉਹ ਕਲਾ ਲਾਣ ਗਿਆ ਲਾਣ ਗਿਆ ਓ, ਕੱਲਾ ਅੱਛਾ ਕੱਲਾ ਓਏ ਉਹਨੇ ਦੱਸਿਆ ਸਾਨੂੰ ਨਹੀਂ ਪਤਾ ਅੱਛਾ ਅੱਛਾ ਅਸੀਂ ਤਾਂ ਲੱਭਦੇ ਫਿਰਨੇ ਆ ਉਹਨੇ ਦੱਸਿਆ ਫਿਰ ਉਹਨੇ ਕਿਹਾ ਜੀ ਇਹਦੀ ਬੇਗਮ ਲਿਆਓ ਮੈਡਮ ਨੂੰ ਲਿਆ ਮੈਡਮ ਕਹੀ ਚਲੀ ਇਹ ਸਪੈਨਾਂ ਦੇ ਮੂੰਹ ਤੇ ਥੱਪੜ ਲਾਇਆ ਨੇ ਲੇਡੀਜ਼ ਦੇ ਮੂੰਹ ਤੇ ਕਿ ਤੁਹਾਨੂੰ ਮੈਸੀ ਲੱਗਣੀ ਆ ਜਦੋਂ ਨਾ ਮਾਂਜਾ ਲਾਇਆ ਫਿਰ ਕਹਿੰਦੀ ਹੈ ਕਿ ਮੇਰਾ ਜਾਇਦ ਤਲੁਕ 7 ਸਾਲ ਹੋ ਗਏ ਨੇ ਅਸੀਂ ਐਨ ਸਕੇ ਇਹਨੂੰ ਅਸੀਂ ਟਿਕਾਣੇ ਲਾ ਦਿਆਂਗੇ ਤੇ ਫੈਕਟਰੀ ਦੀ ਮਾਲਕ ਬਣ ਜਾਾਂਗੇ ਘਰ ਦੇ ਵੀ ਮਾਲਕ ਤੇ ਹੈਗੇ ਹੀ ਆ ਅਸੀਂ ਸ਼ਾਦੀ ਕਰ ਲਾਂਗੇ ਬਾਅਦ ਚ ਕੇਸ ਤਾਂ ਮੈਂ ਡੈਡ ਮਤਲਬ ਬੋਡੀ ਤੁਹਾਨੂੰ ਪਹਿਲੇ ਮਿਲੀ ਸੀ ਜਾਂ ਇਹ ਪਹਿਲੇ ਸਾਨੂੰ ਮਿਲੀ ਹੀ ਨਹੀਂ ਸਾਨੂੰ ਨਹੀਂ ਨਸੀਬ ਹੋਈ ਡੈਡ ਬੋਡੀ ਮਿਲੀ ਹੀ ਨਹੀਂ ਮੈਂ ਹੋਰ ਗੱਲ ਕਰ ਰਹੀ ਹਾਂ ਇਹ ਸਾਰੇ ਜਿਹੜੇ ਮੁਲਜ਼ਮਾਂ ਦੇ ਬਿਆਨਾਤ ਨੇ ਇਹ ਲਾਸ਼ ਮਿਲਣ ਤੋਂ ਬਾਅਦ ਪਤਾ ਚੱਲੇ ਨੇ ਕਿ ਪਹਿਲੇ ਉਹਨਾਂ ਰਾਤ ਦੱਸਤਾ ਹੈ ਪੁਲਿਸ ਨੂੰ ਕਿਸੇ ਹਰ ਪੁਰਾਣੀ ਚੀਜ਼ ਜਗ੍ਹਾ ਤੇ ਸੁੱਟ ਦਿੱਤਾ ਹੈ ਅੱਛਾ। ਮੁੰਡਿਆਂ ਨੇ ਨਾ ਬਿਲਕੁਲ ਖਾਮੋਸ਼ ਹੋ ਗਏ ਦੱਸਿਆ ਹੈ ਸਵੇਰ ਨੂੰ ਕਿ ਉਹ ਮੰਨ ਗਿਆ ਉਹਦਾ ਫਲਾਣਾ ਤਾਂ ਬੰਨਿਆ ਅਸੀਂ ਚੱਲੇ ਲੈਣ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਵਾਕਿਆ ਹੋ ਗਿਆ ਇਹ ਲੈਣ ਚਲੇ ਗਏ ਕੈਸਰਾ ਘਰ ਹੈ ਕੈਸਰਾ ਨੂੰ ਨਹੀਂ ਮਾਲੂਮ ਜ਼ਰਾ ਵੀ ਇਹ ਲੱਭ ਸਕਦੇ ਨੇ ਰਾਤ ਨੂੰ ਪੁਲਿਸ ਦਾ ਬੈਲ ਲੱਗੀ ਸਵੇਰ ਨੂੰ 7 ਵਜੇ ਬੱਚੀ ਛੱਡਣ ਕਦੀ ਗਈ ਬੱਚੀ ਛੱਡਣ ਗਈ ਪੁਲਿਸ ਦਾ ਨਾਕਾ ਲਾਇਆ ਸੀ ਅਸੀਂ ਬਾਹਰ ਪੈਰਾ ਸੀ ਉਹ ਪੁਲਿਸ ਵਾਲਾ ਬੱਚਾ ਬੀਬੀ ਕਿੱਥੇ ਚੱਲੀ ਹੈ ਕਹਿੰਦੀ ਬੱਚੀ छोड़ जा रही हूँ उन्हें मेरे बेटे ने क्या उम्र बच्ची छोड़िया चल उनके बीबी अंदर इंक्वायरी चल रही है अंदर आ गई अद्धे घंटे बाद कॉल आई मेरे भाई नूं ਇਹਦਾ ਰਾਬਤਾ ਨਹੀਂ ਸੀ ਰਿਜ਼ਵਾਨ ਨਾਲ राबता नहीं सी बैल जी उसने फड़ लिया तो रजवान को भी बैल फड़िया गया ਇਹਨੂੰ ਪਤਾ ਵੀ ਨਹੀਂ ਸੀ ਕਿ नहीं ਮੇਰਾ ਰਾਜ਼ ਫਾਸ਼ नहीं 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 सी ਇਹ ਮੁਤਮਈਨ ਸੀ मुतमैन सी क्यों ਤੁਹਾਡੇ ਨਾਲ ਕਿਸ ਤਰ੍ਹਾਂ ਦਾ ਰਵਈਆ ਸਾਡੇ ਸੀ ਨਾਲ ਇਹਦਾ? ਰਵਈਆ ਸਾਨੂੰ ਕੋਈ ਲੋਕ ਆ ਗਏ ਨੇ ਭੁਗਦੀਆਂ ਪਏ ਰੋਂਦੀਆਂ ਨੇ ਪਈਆਂ ਮੇਰੇ ਘਰ ਨੂੰ ਨੁਸਖੇ ਤੇ ਪਾਣ ਡੀਆਂ ਜਾਓ ਕਰੋ ਕੋਈ ਅੱਗੇ ਆਸਫ ਤਾਂ ਲੋਗੇ ਹੁਣ ਲੱਭਦਾ ਹੁਣ ਆਸਫ ਤਾਂ ਲੱਭਦਾ ਟੈਨਸ਼ਨ ਨਾ ਲਵੋ ਆਸਫ ਜਾਣੇ ਮੈਂ ਜਾਣਾ ਆਸਫ ਜਾਣੇ ਮੈਂ ਜਾਣਾ ਆਸਫ ਤਾਂ ਲੱਭਦਾ ਹੁਣ ਅੱਛਾ ਫਿਰ ਬੱਚੀ ਨੂੰ ਸਕੂਲ ਛੱਡਣ ਬੱਚੀ ਸਕੂਲ ਬਾਹਰ ਨਿਕਲਣ ਲੱਗੀ ਪਤਾ ਨਹੀਂ ਕਿੱਥੇ ਜਾ ਰਹੀ ਸੀ ਪੁਲਿਸ ਵਾਲੇ ਕਹਿੰਦੇ ਅੰਦਰ ਚੱਲ ਬੀਬੀ ਅੰਦਰ ਆ ਗਈ ਮੇਰੇ ਭਾਈ ਨੂੰ ਕਾਲ ਆ ਗਈ ਮੇਰੇ ਭਾਈ ਘਰ ਸੀ ਕਾਲ ਆ ਗਈ ਸੀ, ਅਸੀਂ ਲੈਣ ਆ ਰਹੇ ਹਾਂ ਕੈਸਰਾ ਨੂੰ ਮੁਸਲਮਾਨ ਨੂੰ ਉਹਨੇ ਕਿਹਾ ਤੁਸੀਂ ਨਾ ਆਉਣਾ ਮੇਰੀ ਸਾਡੀ ਇੱਜ਼ਤ ਹੈ ਉਹਨੂੰ ਕਿਸੇ ਨੇ ਪਤਾ ਕਿਹਨੂੰ ਲੈ ਕੇ ਜਾ ਰਿਹਾ ਮੇਰੀ ਮਾਂ ਨੂੰ ਭੈਣ ਨੂੰ ਧੀ ਨੂੰ ਕਿਹਨੂੰ ਲੈ ਕੇ ਜਾ ਰਿਹਾ ਸਾਡੀ ਇੱਜ਼ਤ ਹੈ ਤੇ ਮੈਂ ਆਪ ਆਣਾ ਲੈ ਕੇ ਉਹਨੇ ਆਖਿਆ ਕੈਸਰਾ ਬਾਹਰ ਆ ਕਹਿੰਦੀ ਹਾਂਜੀ ਕਹਿੰਦੇ ਬਾਹਰ ਆ ਕਹਿੰਦੀ ਕੀ ਗੱਲ ਹੈ ਉਹ ਥਾਣੇ ਜਾਣਾ ਜ਼ਰਾ ਇੱਕ ਮਿੰਟ ਪਾਇਆ ਨਾ ਪਾਇਆ ਨਕਾਬ ਕੀਤਾ ਹੈ ਠੱਕ ਗੱਡੀ 'ਚ ਬੈਠੀ ਮੇਰੀ ਭਰਜਾਈਆਂ ਆਉਂਦੀਆਂ ਨੇ ਕਹਿੰਦੀਆਂ ਕਿੱਥੇ ਇਹਦਾ ਵਿੱਚ ਉੱਥੇ ਵੇ ਗਈ ਕਿਵੇਂ ਜਿਵੇਂ ਜਾਣਦੀ ਨਹੀਂ ਕੰਮ ਨੂੰ ਕਿਸੇ ਨੇ ਮੈਨੂੰ ਦੱਸਿਆ ਮੈਂ 12 ਵਜੇ ਆਈ ਹਾਂ ਮੈਂ ਕਿਹਾ ਤਾਲਾ ਵੱਜਾ ਹੈ ਪਹੁੰਚੀ ਗੋਲਮਲ ਗੱਲ ਮੈਂ ਗੋਲਮਲ ਗੱਲ ਕਿਉਂ ਕਰਦੇ ਜੀ ਆਇਓ ਕੈਸਰ ਭਾਬੀਆਂ ਨੂੰ ਪੁੱਛਿਆ ਤੁਸੀਂ ਭਾਬੀਆਂ ਪੁੱਛਿਆ ਤੇ ਛੋਟੀ ਮੇਰੀ ਭੈਣ ਇੱਥੇ ਸੀ ਉਹਨੂੰ ਪੁੱਛਿਆ ਵਾਲਦਾਰ ਪੁੱਛਿਆ ਕਿ ਉਹਦੇ ਕਮਰੇ ਨੂੰ ਤਾਲਾ ਕਾਤੋਂ ਲੱਗਿਆ ਤਾਲਾ ਕੋ ਲੱਗਾ ਕਿੱਥੇ ਕੈਸਰਾ ਉਹ ਉਠਾਣੇ ਗਏ ਜ਼ਰਾ ਪੁੱਛ ਪ੍ਰਤੀਤ ਕਰਾਉਣ ਨੂੰ ਅੱਛਾ ਉਹਨਾਂ ਨੂੰ ਵੀ ਨਹੀਂ ਸ਼ੱਕ ਸੀ ਨਾ ਮੇਰੀ ਵਾਲਦਾ ਕਹਿੰਦੀ ਬੱਚੀ ਗੋਦੀ ਜੇ 2 ਮਹੀਨੇ ਦੀ ਕਹਿੰਦੀ ਬੱਚੀ ਰੋਂਦੀ ਪਈ ਹੈ ਮੈਂ ਕਿਹਾ ਕੁੜੀ ਰੋਂਦੀ ਇਹਨੂੰ ਕੋਈ ਦਿਓ ਕਹਿੰਦੀ ਨਹੀਂ ਇਹਦੀ ਮਾਂ ਤੋਂ ਤੇ ਪਿਉਂਦੀ ਹੁਣੇ ਆਣ ਕੇ ਆ ਜਾਂਦੀ ਸਾਨੂੰ ਮੈਂ ਮੁਗਮਾਨ ਚ ਸੀ ਪਤਾ ਐ ਸੀ ਮੈਨੂੰ ਕਿ ਜ਼ਾਲਮ ਹੈ ਮੈਂ ਇਹਨਾਂ ਨੂੰ ਕਹਿੰਦੀ ਰਹੀ ਜ਼ਾਲਮ ਹੈ ਇਹਨੂੰ ਮਗਰੋਂ ਲਾ ਦਿਓ ਜ਼ਾਲਮ ਹੈ ਉਹ ਨਾ ਜਿਸ ਉੱਥੇ ਗਈ ਹੈ ਸਪੈਨਾਂ ਦੇ ਮੂੰਹ ਤੇ ਥੱਪੜ ਮਾਰਿਆ ਨੇ ਸਪੈਨਾਂ ਜਿਹਦੇ ਲੰਮੇ ਪਾਈ ਵਿਛਾਈ ਫਿਰ ਕਹਿੰਦੀ ਹਾਂ ਮੈਂ ਕਰਵਾਇਆ ਕਤਲ ਕਿਉਂ ਕਰਵਾਇਆ ਮੈਂ ਚਾਹਨੀ ਸਾਂ ਇਹਨੂੰ ਮੈਂ ਕਤਲ ਕਰ ਦਿਆਂ ਇਹਨੂੰ ਟਿਕਾਣੇ ਲਾ ਦਿਆਂਗੇ ਅਸੀਂ ਤੇ ਫੈਕਟਰੀ ਜਿਹੜੀ ਮੇਰੇ ਨਾਂ ਹੋ ਜਾਏਗੀ ਕੱਲੀ ਦੇ ਘਰ ਤੇ ਆਲਰੇਡੀ ਹੈਗਾ ਹੀ ਨਾਲੇ ਅਸੀਂ ਤਾਂ ਬਸ ਸ਼ਾਦੀ ਕਰ ਲਾਂਗੇ ਕੇਸ ਮੈਂ ਮਤੀਆ ਮੈਂ ਬਣੀ ਆ ਕੇਸ ਸ਼ਾਦੀ ਕਰ ਲਾਂਗੇ ਮੈਂ ਕੇਸ ਵਾਪਸ ਲੈ ਲਾਂਗੇ ਇੰਨੀ ਗੱਲ ਹੈ ਇਹੋ ਬਿਆਨ ਮੁੰਡੇ ਦੇ ਦਿੱਤੇ ਰਜ਼ਵਾਨ ਸ਼ਾਹ ਨੇ ਇਹਨਾਂ ਦੀ ਪਲੈਨਿੰਗ ਉਹ ਕਹਿੰਦੀ ਮੇਰੇ ਤਾਲੁਕਾਤ ਪੁਰਾਣੇ ਸੀ ਹਾਂ ਪੁਰਾਣੇ ਸੀ ਇਹ ਮੈਨੂੰ ਛੱਡਦਾ ਨਹੀਂ ਸੀ ਸਾਜ਼ਿਸ਼ ਦੇ ਤਹਿਤ ਆਇਆ ਸੀ ਹਾਂਜੀ ਰਜ਼ਵਾਨ ਮੈਂ ਉਹਨੂੰ ਫੈਕਟਰੀ 'ਚ। 8 ਮਹੀਨੇ ਹੋ ਗਏ ਮੈਂ ਉਹਨੂੰ ਘੱਲਿਆ ਸੀ 8 ਮਹੀਨੇ ਹੋ ਗਏ ਮੈਂ ਉਹਨੂੰ ਘੱਲਿਆ ਸੀ ਮੇਰੇ 6-7 ਸਾਲ ਤਾਲੁਕਾਤ ਨੂੰ 8 ਮਹੀਨੇ ਹੋ ਗਏ ਮੈਂ ਘੱਲਿਆ ਸੀ 6-7 ਸਾਲ ਚ ਪਤਾ ਹੀ ਨਹੀਂ ਚੱਲਿਆ ਅਸੀਂ ਪੁੱਤਰ ਆਪਣੇ ਆਪਣੇ ਘਰਾਂ ਆਪਣੇ ਵਾਲੀਆਂ ਘਰਾਂ ਵਾਲੀਆਂ। ਆਈਆਂ 5 ਮਿੰਟ ਮੁੱਥੇ ਵੀ ਨਾ ਲੱਗੀਆਂ ਕਿਤੇ ਭੌਂਕੋ ਨਾ ਲੱਭੇ ਲੜਾਈ ਕਰੇਗੀ ਇੰਜ ਦੀ ਸੀ ਲੜਾਈ ਕਰੇਗੀ ਜਦੋਂ ਹੁਣ ਅਰੈਸਟ ਹੈ ਇਸ ਟਾਈਮ ਹਾਂਜੀ ਅੱਛਾ ਤੇ ਉਹਦੇ ਜਿਹੜੇ ਮਾਪਿਓ ਨੇ ਤੇ ਉਹਦੀ ਫੈਮਿਲੀ ਉਹਨਾਂ ਨੇ ਆ ਕੇ ਕੋਈ ਸ਼ਰਮਿੰਦਗੀ ਕੋਈ ਨਦਾਮਤ ਕੋਈ ਜ਼ਾਰੇ ਅਫਸੋਸ ਉਹ ਮੈਂ ਕਿਹੜਾ ਲਫ਼ਜ਼ ਇਸਤੇਮਾਲ ਕਰਾਂ ਬੱਚੀ ਕਰੇ ਗਲਤ ਕੰਮ ਵਾਲਦਨ ਨਾਲ ਸਮਝਾਓ ਕਿੰਨੇ ਸਮਝਾਣਾ ਹੈ? ਅੱਜ ਜੋ ਸਮਝਾਉਂਦੇ ਇਸ ਤਰ੍ਹਾਂ ਦੇ ਕਰੈਕਟਰ ਦੀ ਮਾਲਿਕ ਸੀ ਕੋਈ ਇੰਨੇ ਸਾਲਾਂ ਚ ਤੁਸੀਂ ਕੋ ਵੇਖਿਆ ਹੋਵੇ ਕਰੈਕਟਰ ਕਿਸੇ ਨਹੀਂ ਨਾਲ? ਵੇਖਿਆ ਸੀ ਕਰੈਕਟਰ ਨਹੀਂ ਵੇਖਿਆ ਵੈਸੇ ਖੱਚ ਬੜੀ ਸੀ ਕਰੈਕਟਰ ਨਹੀਂ ਵੇਖਿਆ ਕਰੈਕਟਰ ਵੈਸੇ ਖਰੇ ਸੀ ਭਰਾ ਨਾਲ ਭਰਾ ਦੇ ਹੱਥੀ ਪੈ ਦੇ ਛੱਡਦੇ ਇਹਨੂੰ ਕਰੈਕਟਰ ਨਹੀਂ ਵੇਖਿਆ ਉਹ ਦੱਸੀ ਕਿ ਮੇਰਾ ਕਰੈਕਟਰ ਇੰਦਾ ਹੈ ਹੁਣ ਉੱਥੇ ਥਾਣੇ ਦੱਸਿਆ ਮੇਰੇ 2-3 ਯਾਰ ਨੇ ਇੱਕ ਨਹੀਂ ਉਹਨੇ ਆਪ ਦੱਸਿਆ ਹਾਂ ਥਾਣੇ ਦੱਸਿਆ ਸਾਡੇ ਆਮਣਾ ਸਾਹਮਣਾ ਨਹੀਂ ਹੋਇਆ आप भांजे हैं जी मैं उनका भांजा हूँ आसिफ अली का। ठीक है अच्छा जिस दिन लाश मिली है जी। आप जैव कुआं पे गए थे बिल्कुल। जहाँ पे उसका मर्डर हुआ वहाँ पे भी गए फिर उसके बाद जहाँ से डेड बॉडी मिली
वहाँ पे भी गए। किस हालत में डेड बॉडी मिली थी, कौन कौन गए थे, वहाँ के क्या सूरत हाल थी, कैसे पता चला कि यहाँ पे बॉडी है? यहाँ से जब उसने रात को बताया ना कि मैंने उन्हें मार के फेंक दिया, सुबह ही है इसको कैसरा को हमने थाने भेजा। हम यहाँ से निकले 3 बजे। अच्छा। पत्तों वाली साइड पे हमने यहाँ से 4 सिविल गाड़ियाँ थी, वो भी गाड़ियाँ मेरे मामू वगैरह ने दोस्तों की थी। अच्छा। हम 2 मुलाजिम थे, हवलदार जिन्होंने मुर्जिम को पकड़ा था, रिजवान शाह को, मैं, मेरा मामू। पुलिस वाले? जी मैं रिजवान साथ था? जी रिजवान को साथ लेके गए तो उसने रास्ता दिखा था, मैं किस रास्ते से कहाँ पे करके फेंका था। अच्छा। मैं था, मेरे मामू थे, एक मेरा कज़न है, बड़े मामू का बेटा, और 3-4 मामू के दोस्त से हम गए हैं। जब वहाँ पे हमारे और अजीज़ो कारब थे, पत्तों वाली साइड पर रहते हैं। हमने ना उनको सारा किस्सा बताया कि ऐसे वो कह रहे हैं मैंने नहर में फेंक दिया, पुलिस स्टेशन से पता करो कि कोई लाश मिली हो इन दिनों में। उन्होंने पता वगैरह किया तो एक थाने वालों ने कहा कि हमें ना 24 तारीख को एक लाश मिली है, दोपहर 2 बजे का टाइम था, उसके सर पे फायर लगा हुआ था, कपड़े उसके जिस्म पे नहीं थे, कोई शनाख्त की चीज़ नहीं थी। इसकी वजह इसीलिए ना हमने लावारी समझ के इसका पोस्टमार्टम करवाया और उसको तदफीन कर दिया, कब्र में दफना दिया। अच्छा। हम जब जाते हैं उस थाने में, हल्ला मरीसा चौंकी है, वहाँ पर जाते हैं, उन्होंने हमें तस्वीरें खींची थी कुछ बॉडी की, वो तस्वीरें दिखाई हमने। जब शनाख्त की है, शनाख्त के काबिल आधा मुँह था, ये नाक से ऊपर, और उनका जिस्म था जो हमने सारी ज़िंदगी देखा, सारी ज़िंदगी देखते रहे हम, बच्चे उनके हाथों में पड़े हुए हैं। जब देखा तो हमने कहा ये मामू ही हैं। हमने उनसे पोस्टमार्टम की अपील की, उन्होंने कहा जी आपको मिल जाएगा। हम वहाँ से वापस आए हैं तो रात को रिमांड हुआ कैसरा का और उसका रिजवान शाह का दोबारा। तो इन दोनों ने फिर इकरार जुर्म किया कि हम दोनों की मिली भगत थी, हम दोनों का फेयर था, हम दोनों ने मिलकर उनको कत्ल किया। तो हमने कहा ये कितनी देर से आप प्लानिंग कर रहे थे? कहती प्लानिंग तो हमारी 4 साल 5 साल पुरानी है, और जो ये हमने वकूआ डाला हमने ये 8 माह में डाला है। तो रिजवान शाह को पूछा तेरे पास तुझे इधर लाने वाला कौन है? उसने कहा कि मुझे कैसरा ने बताया था कि आसिफ के पास काम के लिए भी कोई लड़का नहीं है। अच्छा। वो लड़का ढूंढ रहा है, इससे अच्छा मौका नहीं है, तुम किसी तरह ना उधर आ जाओ। वो उसको पता था काम के लिए उसको लड़के की ज़रूरत है, उसने फैक्ट्री का एड्रेस बता दिया। वो गुजरा था बाहर से, उसने अंदर गया, उसने कहा अस्सलाम वालेकुम, सलाम वगैरह लिया। उसने कहा जी कि ना काम के लिए लड़के की ज़रूरत है, मामू को ज़रूरत थी, उन्होंने कहा है। उन्होंने कहा जी मैं कारीगर हूँ। उन्होंने कहा चलो ठीक है आप करो पहला दिन काम चेक करो, मैं फिर आपको सैलरी बताता हूँ। आया वो इसी वारदात के में आया था। उसने वारदात तो वैसे भी दिलवा देनी थी। 8 माह वो रहा है वहाँ पे हाँ फैक्ट्री जी, में। अगर वो यहाँ पे ना भी ना आता उसने वारदात तो वैसे भी दिलवा देनी थी। इधर आने का उसका मकसद ये था कि खाली मशीन उनके किसी काम की नहीं है। अच्छा। बाहर दुकानों से, मार्केट से, जहाँ से माल लेता था, जिनका माल बनाता था, जिनसे पेमेंटें लेनी थी, वो सारा चीज़ उस अपने इन्फॉर्मेशन इकट्ठी की है 8 माह के अंदर। जब इसने बताया कि इन्फॉर्मेशन सारी इकट्ठी हो गई, अब इसको हम ख़त्म करें, इन्होंने कहा ठीक है। वो आंटी के घर से आया तो उसने नींद में चाहे वो नींद की गोलियां दी हैं, उसके बाद फायर किया। ये मौके पर मौजूद थी उस टाइम वहाँ पे। इसने गनली बांध के साइड पे रखा, उसके बाद सारा फर्श साफ किया, ये घर आ गई। रिजवान अकेला डेड बॉडी फेंकने गया था? रिजवान के अकेला कैसे जा सकता? रिजवान के बकौल है, मैं बताता हूँ। रिजवान के बकौल है। रिजवान कहता मैंने रात 3 बजे जब गनली बांधी है मैं बाहर लेके आया हूँ, तो एक राहीगीर गुजरा था, कॉल सेंटर की जॉब से लड़का वापस आ रहा था, अपने राहीगीर था वो गुजरा था। मैंने उससे रिक्वेस्ट की कि यार ये कपड़ा है ये उठा के ऊपर रख दे, बारियों में से उठाया नहीं जा रहा। कहता उसने बहुत ज़्यादा इकरार किया कि यार मैं नहीं रखवा सकता, मुझे डर लग रहा। उसने कहा भाई कोई कपड़ा है बस रखवा दो कि मेहरबानी होगी। कहता उसने उठाया, उसने सब मेरी बाइक पे रखा है, मैंने बांधा है। तो मैंने बाइक स्टार्ट की, मैंने उससे पूछा तुमने कहाँ जाना है? कहता यार मैंने नवाज मोड़ जाना है, फैक्ट्री से आगे नवाज मोड़। तो मैंने कहा तू यहाँ पर क्यों खड़ा था? कहता वो आगे कुत्ते हैं उनसे डर लग रहा है। मैंने कहा तू ऊपर बैठ जा। उसने पहले डेड बॉडी रखी है, उसके ऊपर कपड़ा, कपड़े के ऊपर वो लड़के को भी बिठा लिया। कहता मैंने नवाज मोड़ लड़के को उतार दिया और आगे मैं ले गया हूँ लाश। उस लड़के को भी पता नहीं चला कि इसमें डेड बॉडी है। ठीक है, सारा वकूआ जब हुआ तो अब बात है जिनका लगता है अरेस्ट हुआ है, इसके चेहरे पे कोई निदामत, कोई डर देखा है आपने? ये हम ना पुलिस स्टेशन में 10-12 मेरे मामू, मैं, कज़न थी 4-5 और कोई अजीज़ो कारब थे 10-12 हमारे, इसलिए कि इंस्पेक्टर था वो आया था। उसने कहा जी कि हमारा बंदा साफ है, इसका कोई जुर्म नहीं है, आप हमारे स्टाम्प कटवा लें। रिजवान? हाँ जी, रिजवान के घर वाले, इसके दादे, इसके चाचू वगैरह सब कह रहे हैं। मैरिड है? ये मैरिड, रिजवान शाह नहीं है, अभी कुंवारा था। ठीक है। जब आया तो ना पुलिस वालों ने कहा यार आप क्यों डर रहे हो, जब आपके लड़के का जुर्म ही नहीं है, कोई कसूर ही नहीं, हम इसको क्यों सजा देंगे? अगर ये साफ हो हम इसको छोड़ देंगे। हम सारे टोटल एक कमरे में 30 से 35 लोग बैठे हुए हैं, पुलिस वगैरह को बुला के, रिजवान के घर वाले, हम सब बैठे हुए हैं। रिजवान शाह मुसलसल हंसी जा रहा है। पुलिस वाले ने पूछा कि यार तुम हंस क्यों रहा है, यहाँ पे तुमने कोई अच्छा काम नहीं किया, सब यहाँ पे परेशान है, तुझे किस चीज़ की हंसी आ रही है?
उसने कहा जी कि मेरी आदत है हंसना, मेरी आदत है। एक दिन हंसता रहा, दूसरे दिन उसने मैंने नया चकमा दिया, लड़की लेके भाग गया, हंसता रहा। तीसरे दिन जब उसने कहा जी कि दूध पठान के साथ चला गया अपने दोस्त के साथ, उसने दूध का कारोबार करना था, तब हंसता रहा। हर रोज एक नई कहानी। रोज एक और नई इधर से स्टोरी। बीबी जो थी कैसरा, ये हमें वो भी सबको नहीं, नहीं, केड़ा दे रही थी। ये घर में फसाद कर रही थी। एक दिन उठी है मेरी आंटी के साथ लड़ाई, गालम गाली। आंटी बीमार थी, मरीज से बोला नहीं था, ज्यादा सर में चोट लगी थी। इन्होंने ना टेंशन के उधर दूसरे मामू के घर जाकर बैठ गई हैं। मैं आया हूँ, मुझे मामू का फोन आया, उन्होंने कहा तू ऐसा कर, आंटी को ना घर छोड़ा। मैंने गाड़ी निकाली, कज़न मेरे को साथ लिया, हम आंटी को घर छोड़ के आ गए। अगले दिन मैं और ये मेरा कज़न यहाँ पे सोए हुए अंदर, उठ के आई है ना, ये बख्तोइयाँ शुरू कर दी हैं इसने यहाँ पे खड़ी होके, आंटी के बारे, मेरी वालदा के बारे, मामू के बारे, दूसरे मामू के बारे, सबको ना गालियाँ दे रही है। चेहरे पे आपको कोई फील जरा हुआ? सी भी नदामत नहीं थी कोई उसको, फील हुआ हो कुछ भी? उसे ऐसे था कि मैंने कुछ किया ही नहीं है। इतनी ठीक है, मुतमईन थी। इतनी मुतमिन थी। उसने गालियां मेरा दी, मैं हालांकि बच्चा हूँ, जवान खून है, मेरे से नहीं बर्दाश्त हुआ, मैं उठा, मैंने गालियां दी हैं। मैं बोल रहा हूँ आगे से, मैं कहा तो ये शर्म नहीं आ रही, हम 10 दिन हो गया पागलों की तरह घूम रहे हैं, तो हमें गालियां दे रही है ऊपर से। कितने दिन बाद डेड बॉडी मिली है? डेड बॉडी ये हुआ है वकूआ 22 को उन्होंने मारा, हमें 31 की रात को इसने बताया, और 31 की शाम जब हम वहाँ पे पहुंचे हैं तो हमें डेड बॉडी नहीं, खाली यही पता चला कि हमने इसको दफन कर दिया हुआ है। बस हमें उसकी तस्वीरें मिली हैं और तस्वीरें हमने देखी हैं, दुख हुआ है। दोबारा पोस्टमार्टम वगैरह अब या कहीं से कब्र कुशाई? अब वो हमें पोस्टमार्टम उन्होंने दिया है, और जहाँ तक हमें लगता है जो मुतलका जो अब मौजूदा उनके है ना इंक्वायरी अफसर, वो कह रहे हैं कि जी वो डेड बॉडी उसकी नहीं है, वो पोस्टमार्टम उसका नहीं है। आपके पास कुछ पिक्चर्स भी हैं जो आपने जी दिखाई जी, हैं? वो तो पिक्चर्स वो तो हमारे मामू की है, वो तो 100% है ना। ठीक है। और जो पोस्टमार्टम है वो किसी और डेड pictures बॉडी कहाँ का, से आएंगे? वो जब वहाँ पे मुतलका थाने हल्ला मरीसा गया ना, वहाँ पे उनका मुतलका जो चौकी है ना, वो चौकी में जब उन्होंने महकमा जंगलात वालों ने फ़ोन किया, वो लेके आए हैं। उन्होंने बाकायदा तस्वीरें खींची हैं कि कल को कोई पूछे तो हम शिनाख्त तो करवा सके ना। ओके। वो तस्वीरें बस उन्होंने वैसे ही रैंडम खींच ली थी, अभी उनकी ठीक है, मेहरबानी की रिकॉर्ड तस्वीरें की। खींच ली हैं। वो तो आप तस्वीरें अभी तक ढूंढते होना था हमारे वहम, हमने तो यही था, फिर हम नेहर नहर में कश्ती लेके घूम रहे होना था, ढूंढ रहे होना था।